सरकार तो बड़ी उम्मीद नहीं रखी जा सकती। ये सरकार बीजेपी सरकार बहुत ज़्यादा निर्दयी लोग है। तुसीं सोडियां की मंगां दसो, असीं मंनदे आ कानूनां लोड़ा तां नहीं आ गया ना, कानून तां लोकां खातर ही बनदे आ। ते जे लोग कहंदे आ कानून नहीं चाहिए तो फिर रद्द कर दो। ठीक नूं बड़े शांतमई ते जाबते च रह के जो कुछ होया बड़ा शांतमई ते जाबते च होया, पर 26 तरीक नूं साडी लीडरशिप सरकार दी बोली बोलन लग गई। आपदी होंद दी लड़ाई लड़ रहे हैं। सो लामबंदी जिहड़ी आ वो संघर्ष वास्ते आपां आपदे लोकां च होर वड्डी करिए ते लड़ाई बड़ी इतिहासिक आ जिहड़ी सरकार नाल लड़ रहे हैं। 3 कानून जो खेतीबाड़ी दे वो लागू कीते आ साडे ते, उन्हां कानूनां ने सानू साडी होंद दी जिहड़ी एक तुसीं कह लो भी सानू थ्रैट पैदा करता, खतरा पैदा करता। क्यों करता? क्योंकि खेतीबाड़ी नाल संबंधित ਜਿਹੜੇ ਕਾਨੂੰਨ ਆ ਇਹਨਾਂ ਨੇ ਸਾਡੀ ਰਹਿਣੀ ਸਹਿਣੀ ਵੀ ਬਦਲ ਦੇਣੀ ਆ, ਸਾਡੇ ਸੱਭਿਆਚਾਰ ਲਈ ਜਿਹੜਾ ਇੱਕ ਖਤਰਾ ਪੈਦਾ ਹੋ ਗਿਆ। ਸੋ ਏਡੀ ਵੱਡੀ ਜਿਹੜੀ ਲਾਮਬੰਦੀ ਦੇਖ ਰਹੇ ਹੋ ਨਾ ਤੁਸੀਂ, ਆ ਹੁਣ ਵੀ ਜਿਹੜੇ ਲੋਕ ਜਾਗੇ ਹੋਏ ਆ ਉਹਨਾਂ ਦੇ ਅੰਦਰ ਵਿਰਸਾ ਜਾਗ ਪਿਆ ਆਪਦਾ। ਔਰ ਵਿਰਸਾ ਇਹੋ ਜੀ ਚੀਜ਼ ਆ, ਤੁਸੀਂ ਦੇਖੋ ਇਹ ਪਤਾ ਨਹੀਂ ਕਦੋਂ ਤੁਹਾਡੇ ਅੰਦਰ ਉਹ ਪੁਰਾਣੀਆਂ ਜਿਹੜੀਆਂ ਤੁਹਾਡੇ ਪੁਰਖਾਂ ਦੀਆਂ ਕਮਾਈਆਂ ਕੀਤੀਆਂ ਹੋਈਆਂ ਸੀ ਨਾ, ਜਾਂ ਛੋਟੀਆਂ ਗੱਲਾਂ ਜਿਹੜੇ ਪਿੰਡਾਂ 'ਚ ਜਿਹਨੂੰ ਅਸੀਂ ਆਪਦਾ ਸੱਭਿਆਚਾਰ ਕਹਿੰਦੇ ਆ ਹੈ ਨਾ, ਉਹ ਸਾਡੇ ਅੰਦਰ ਪਤਾ ਨਹੀਂ ਕਿੱਥੋਂ ਆ ਜਾਂਦਾ, ਉਹ ਖੂਨ 'ਚੋਂ ਹੀ ਆ ਜਾਂਦਾ। ਕਿਉਂ? ਖੂਨ ਦੇ ਪੀੜ੍ਹੀ ਦਰ ਪੀੜ੍ਹੀ ਖੂਨ ਦੇ ਰਾਹੀਂ ਟਰੈਵਲ ਕਰਦਾ। ਸੋ ਜੇ ਸਾਨੂੰ ਅੱਜ ਐਗਜ਼ਿਸਟੈਂਸ਼ੀਅਲ ਕ੍ਰਾਈਸਿਸ, ਹੋਂਦ ਦੀ ਲੜਾਈ ਜਾਂ ਹੋਂਦ ਦਾ ਖਤਰਾ ਬਣਿਆ ਹੋਇਆ ਨਾ ਇਹ ਕਾਨੂੰਨ, ਔਰ ਸਰਕਾਰ ਇਸ ਗੱਲ 'ਤੇ ਕੋਈ ਗੌਰ ਨਹੀਂ ਕਰ ਰਹੀ, ਤੇ ਸਾਨੂੰ ਲਾਮਬੰਦੀ ਵੀ ਵੱਡੀ ਕਰਨੀ ਪਊ ਤੇ ਸਾਨੂੰ ਉੱਥੇ ਆਪਦੀ ਲੀਡਰਸ਼ਿਪ ਨੂੰ ਇਹ ਹੌਸਲਾ ਵੀ ਦੇ ਕੇ ਰੱਖਣਾ ਪਊ ਵੀ ਅਸੀਂ ਬੈਠੇ ਹਾਂ, ਅਸੀਂ ਖੜੇ ਹਾਂ। 26 ਦੇ ਇਨਸੀਡੈਂਟ ਤੋਂ ਬਾਅਦ ਡੈਡ ਲੋਕ ਲੱਗ ਗਿਆ ਸੀਗਾ, ਮੁੜ ਤੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਡੈਡ ਲੋਕ ਖੋਲ੍ਹਿਆ ਜਾਵੇ। ਲੈਟਰ ਲਿਖਿਆ ਗਿਆ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਿ ਮੋਦੀ ਸਾਹਿਬ ਨਾਲ ਮੀਟਿੰਗ ਹੋਣੀ ਚਾਹੀਦੀ। ਦੇਖੋ ਪਹਿਲਾਂ ਤਾਂ ਸੰਯੁਕਤ ਕਿਸਾਨ ਮੋਰਚੇ ਨੂੰ ਉਹ ਖੁਦ ਬੁਲਾਉਂਦੇ ਸੀ, ਹੁਣ ਦੇਖੋ ਸਰਕਾਰ ਉਲਟ ਹੋ ਗਿਆ ਕੰਮ, ਹੁਣ ਸਾਨੂੰ ਲੈਟਰ ਲਿਖਣੇ ਪੈ ਰਹੇ ਆ। ਪਰ ਸਰਕਾਰ ਤੋਂ ਬੜੀ ਉਮੀਦ ਨਹੀਂ ਰੱਖੀ ਜਾ ਸਕਦੀ। ਇਹ ਸਰਕਾਰ बीजेपी ਸਰਕਾਰ ਬਹੁਤ ਜ਼ਿਆਦਾ ਨਿਰਦਈ ਲੋਕ ਆ। ਇਹਨਾਂ ਨੇ ਦੇਖੋ ਮਹਾਮਾਰੀ ਚੱਲ ਰਹੀ ਆ, ਜੇ ਕਿਤੇ ਇਹ ਲੋਕਾਂ ਦੀਆਂ ਜਾਨਾਂ ਬਚਾਉਣਾ ਚਾਹੁੰਦੇ, ਸਭ ਤੋਂ ਪਹਿਲਾਂ ਜਿਹੜੀ ਐਡੇ ਵੱਡੀ ਕਿਸਾਨ ਉੱਥੇ ਸਾਡੀ ਲਾਮਬੰਦ ਹੋਏ ਬੈਠੇ ਆ, ਉਹਨਾਂ ਨੂੰ ਕਹਿੰਦੇ ਯਾਰ ਤੁਸੀਂ ਐਂ ਕਰੋ, ਤੁਸੀਂ ਤੁਹਾਡੀਆਂ ਕੀ ਮੰਗਾਂ ਦੱਸੋ, ਅਸੀਂ ਮੰਨਦੇ ਆ ਕਾਨੂੰਨਾਂ ਲੋੜਾ ਤਾਂ ਨਹੀਂ ਆ ਗਿਆ ਨਾ, ਕਾਨੂੰਨ ਤਾਂ ਲੋਕਾਂ ਖਾਤਰ ਹੀ ਬਣਦੇ ਆ। ਤੇ ਜੇ ਲੋਕ ਕਹਿੰਦੇ ਆ ਕਾਨੂੰਨ ਨਹੀਂ ਚਾਹੀਦੇ ਤੇ ਫਿਰ ਰੱਦ ਕਰ ਦਿਓ। ਪਰ ਇਹਨੂੰ ਆਪਦੀ ਈਗੋ ਤੇ ਲੈ ਕੇ ਬੈਠੇ ਆ ਤੇ ਹਜੇ ਵੀ ਇਸ ਮਹਾਮਾਰੀ 'ਚ ਵੀ ਉਹਨਾਂ ਦੀ ਜ਼ਿੰਦਗੀ। ਹਾਂਜੀ, ਤੁਹਾਡੀ ਨਿਗਾਹ ਦੇ ਵਿੱਚ, ਤੁਹਾਡੀ ਸੋਚ ਦੇ ਵਿੱਚ ਜਿਹੜਾ ਅੰਦੋਲਨ ਹੈ, ਕਿੰਨਾ ਕੁ ਦਬਾਅ ਕੇਂਦਰ ਸਰਕਾਰ ਤੇ ਅੱਜ ਦੇ ਟਾਈਮ? ਨਹੀਂ ਬਾਈ ਜੀ, ਦੇਖੋ ਅੱਜ ਦਾ ਜੇ ਆਪਾਂ ਦੇਖੀਏ ਵੀ ਬਹੁਤਾ ਦਬਾਅ ਕੇਂਦਰ ਸਰਕਾਰ ਫੀਲ ਨਹੀਂ ਕਰ ਰਹੀ, ਇਹ ਸੱਚ ਆ। ਨਹੀਂ ਤਾਂ ਸਾਨੂੰ ਪਤਾ ਲੱਗ ਜਾਂਦਾ, ਸਾਨੂੰ ਕਿਵੇਂ ਜਦੋਂ ਦਬਾਅ ਸੀ ਵਾਰ-ਵਾਰ ਮੀਟਿੰਗਾਂ ਲਈ ਬੁਲਾਉਂਦੇ ਸੀ। ਪਰ ਇਸੇ ਤਰ੍ਹਾਂ ਅੰਦੋਲਨ ਤੇ ਲੜਾਈਆਂ ਲੜੀਆਂ ਜਾਂਦੀਆਂ ਹੁੰਦੀਆਂ। ਕਈ ਵਾਰੀ ਸਰਕਾਰ ਦਾ ਪਲੜਾ ਭਾਰੀ ਹੋ ਜਾਂਦਾ, ਕਈ ਵਾਰੀ ਸਾਡਾ ਪਲੜਾ ਭਾਰੀ ਹੋ ਜਾਂਦਾ। ਸਾਡੇ ਤੋਂ ਜਿਹੜੀ ਇੱਕ ਇਹ ਲੀਡਰਸ਼ਿਪ ਤੋਂ ਗਲਤੀ ਹੋਈ ਆ, ਲੀਡਰਸ਼ਿਪ ਨੂੰ ਇਹ ਗੱਲ ਮੰਨਣੀ ਪਊਗੀ। 26 ਤਰੀਕ ਨੂੰ ਬੜੇ ਸ਼ਾਂਤਮਈ ਤੇ ਜਾਬਤੇ 'ਚ ਰਹਿ ਕੇ ਜੋ ਕੁਝ ਹੋਇਆ ਬੜਾ ਸ਼ਾਂਤਮਈ ਤੇ ਜਾਬਤੇ 'ਚ ਹੋਇਆ, ਪਰ 26 ਤਰੀਕ ਨੂੰ ਸਾਡੀ ਲੀਡਰਸ਼ਿਪ ਸਰਕਾਰ ਦੀ ਬੋਲੀ ਬੋਲਣ ਲੱਗ ਗਈ। ਜੇ ਕਿਤੇ ਉੱਦਾਂ ਖੜ ਜਾਂਦੇ, ਜੇ ਕਿਤੇ ਉਸ ਵਰਤਾਰੇ ਨੂੰ ਰੈਕਗਨਾਈਜ਼ ਤੇ ਐਕਨੋਲੇਜ ਕਰ ਲੈਂਦੇ, ਮੰਨ ਲੈਂਦੇ ਵੀ ਹਾਂ ਸਾਡੇ ਲੋਕ ਸੀ, ਸਾਡੇ ਲੋਕ ਬੜੇ ਸ਼ਾਂਤਮਈ ਰਹਿ ਕੇ ਉੱਥੇ ਜੋ ਕਰਕੇ ਆਏ ਆ। ਇੱਕ ਖਾਲੀ ਪੁਲ ਤੇ ਕਿਸਾਨੀ ਝੰਡਾ ਤੇ ਨਿਸ਼ਾਨ ਸਾਹਿਬ ਹੀ ਲਾਇਆ ਨਾ। ਆਰੋਪ ਤਾਂ ਤੁਹਾਡੇ ਤੇ ਮੜਦੇ ਨਾ ਵੀ ਇਹੀ ਗੱਲਾਂ ਸਾਨੂੰ ਮਾਰਦੇ ਆਈਆਂ। ਅਸੀਂ ਤਾਂ ਇੱਕ ਬੰਦਾ ਫੜ ਲੈਂਦੇ ਆ ਤੇ ਸਭ ਕੁਝ ਹੀ ਉਹਦੇ ਤੇ ਮੜ ਦਿੰਦੇ ਆ। ਪਹਿਲਾਂ ਲਹਿਰਾਂ ਜਿਹੜੀਆਂ ਹੁੰਦੀਆਂ ਨਾ, ਉਹਦੀਆਂ ਬੜੀਆਂ ਲੇਅਰਸ ਹੁੰਦੀਆਂ, ਉਹਨਾਂ ਲੇਅਰਸ ਨੂੰ ਸਮਝੋ। ਮੈਂ ਤਾਂ ਇੱਕ ਜੇ ਮੋਟੀ ਜੀ ਵੀ ਗੱਲ ਤੁਹਾਡੇ ਨਾਲ ਕਰਾਂ, ਸਭ ਤੋਂ ਪਹਿਲਾਂ ਗਾਜੀਪੁਰ ਵਾਲੇ ਉੱਥੇ ਪਹੁੰਚੇ, ਗਾਜ਼ੀਪੁਰ ਬਾਰਡਰ ਤੋਂ ਜਿਹੜੇ ਬੈਰੀਕੇਡ ਤੋੜ ਕੇ। ਗਾਜ਼ੀਪੁਰ ਤਾਂ ਮੈਂ ਕਦੇ ਗਿਆ ਵੀ ਨਹੀਂ ਸੀ, ਫਿਰ ਉਹਨੇ ਗਾਜ਼ੀਪੁਰ ਵਾਲਿਆਂ ਨੂੰ ਵੀ ਮੈਂ ਭੜਕਾ ਕੇ ਲੈ ਆਇਆ। ਟਾਰਗੇਟ ਕਿਵੇਂ ਹੋ ਗਿਆ? ਸਰਕਾਰ ਟਾਰਗੇਟ ਕਿਵੇਂ ਕਰਦੀ ਆ? ਸਰਕਾਰ ਨੂੰ ਪਤਾ ਕਿਹੜਾ ਬੰਦਾ ਮੋਬਿਲਾਈਜ਼ ਕਰ ਸਕਦਾ, ਕਿਹੜੇ ਬੰਦੇ ਦੇ ਕੋਲੇ ਜਰਮਸ ਆਏ, ਕਿਸੇ ਤਰ੍ਹਾਂ ਦੀ ਮੂਵਮੈਂਟ ਪੈਦਾ ਕਰ ਸਕਦਾ। ਉਹਨੂੰ ਹੁਣ ਮਾਰਦੇ ਕਿਵੇਂ ਆ? ਉਹਨੂੰ ਬਦਨਾਮ ਕਰੋ। ਇਹਨੂੰ ਬਦਨਾਮ ਜੇ ਅਸੀਂ ਕਰ ਦਾਂਗੇ ਤਾਂ ਇਹਦੇ ਲੋਕ ਇਹਦੇ ਤੋਂ ਟੁੱਟ ਜਾਣਗੇ। ਉਦੋਂ ਬਾਅਦ ਜਿਵੇਂ ਮਰਜ਼ੀ ਅਸੀਂ ਇਹਦੇ ਨਾਲ ਕਰੀ ਜਾਈਏ। ਤੇ ਸਾਡੀ ਲੀਡਰਸ਼ਿਪ ਨੇ ਸਾਥ ਦਿੱਤਾ ਇਸ ਗੱਲ ਦਾ, ਕਿਉਂਕਿ ਲੀਡਰਸ਼ਿਪ ਕਿਤੇ ਨਾ ਕਿਤੇ ਉਹ ਵੀ ਇਨਸਿਕਿਉਰ ਹੋਏ ਪਏ ਸੀ ਵੀ ਸਾਰਾ ਸਿਹਰਾ ਤਾਂ ਦੀਪ ਦੇ ਸਿਰ ਤੇ ਵੱਜਿਆ ਜਾਣਾ ਜੇ ਕਿਤੇ ਉਸ ਇਵੈਂਟ ਨੂੰ ਅਸੀਂ ਐਕਨੋਲੇਜ ਕਰ ਲਿਆ ਤਾਂ। ਸੋ ਲੋਕ ਇਹਨਾਂ ਗੱਲਾਂ 'ਚੋਂ ਸਾਨੂੰ ਨਿਕਲਣਾ ਪਊਗਾ। ਹਾਂਜੀ, ਜਨਵਰੀ ਤੋਂ ਬਾਅਦ ਐਕਸ਼ਨ ਪ੍ਰੋਗਰਾਮ ਜ਼ਰੂਰ ਦਿੱਤੇ ਆ ਬਾਈ, ਥੋੜੀ ਛਾਵੇਂ ਹੋ ਜਾਈਏ। ਬਾਈ ਜੀ ਦੇਖੋ, ਸਰਕਾਰ ਨੂੰ ਇਹ ਚਾਹੀਦਾ ਵੀ ਕਿਸੇ ਤਰ੍ਹਾਂ ਦਾ ਵੌਇਸ ਆਫ ਡਿਸੈਂਟ ਆ, ਲੋਕਾਂ 'ਚ ਰੋਸ ਆ,
ਔਰ ਉਹ ਰੋਸ ਕਿਸ ਲੈਵਲ ਤੱਕ ਪਹੁੰਚ ਗਿਆ ਇਹ ਸਾਰਿਆਂ ਨੇ ਦੇਖਿਆ। ਚਾਹੇ 26 ਨਵੰਬਰ ਹੋਵੇ, ਉਹਨਾਂ ਨੂੰ ਸੜਕਾਂ ਪੱਟਣੀਆਂ ਪਈਆਂ, ਉਹਨਾਂ ਨੂੰ ਬੈਰੀਕੇਡਿੰਗ ਕਰਨੀ ਪਈ, ਹਨਾ, ਉਹਨਾਂ ਨੂੰ ਟੀਅਰ ਗੈਸ ਯੂਜ਼ ਕਰਨੀ ਪਈ, ਵਾਟਰ ਕੈਨਨਸ ਯੂਜ਼ ਕਰਨੀਆਂ ਪਈਆਂ, ਪਰ ਉਹਨਾਂ ਤੇ ਕੋਈ ਅਸਰ ਨਹੀਂ। ਫਿਰ ਅਸੀਂ ਉੱਥੇ 26 ਜਨਵਰੀ ਦਾ ਪ੍ਰੋਗਰਾਮ ਦਿੱਤਾ। 26 ਜਨਵਰੀ ਨੂੰ ਵੀ ਸਾਰੇ, ਮੈਨੂੰ ਲੱਗਦਾ ਦੁਨੀਆ ਭਰ ਨੇ ਦੇਖ ਲਿਆ ਵੀ ਕਿਸ ਲੈਵਲ ਦਾ ਰੋਸ ਸੀਗਾ। ਉਸ ਰੋਸ ਨੂੰ ਫਿਰ ਬਦਨਾਮ ਕਰਕੇ ਤੇ ਲੋਕਾਂ ਦੇ ਜਿਹੜੇ ਜੈਨੂਇਨ ਇਮੋਸ਼ਨ ਜਜ਼ਬਾਤ ਸੀ ਉਹਨੂੰ ਤਾਂ ਸਮਝਦੇ ਨਹੀਂ, ਉਲਟਾ ਸਾਨੂੰ ਹੀ ਬਦਨਾਮ ਕਰਕੇ ਤੇ ਸਾਡੇ ਤੇ ਲੇਬਲ ਲਾ ਦਿੰਦੇ ਆ। ਕਿਸੇ ਨੂੰ ਨੈਕਸਲਾਈਟ ਬਣਾ ਦਿੰਦੇ ਆ, ਕਿਸੇ ਨੂੰ ਖਾਲਿਸਤਾਨੀ ਬਣਾ ਦਿੰਦੇ ਆ, ਕਿਸੇ ਨੂੰ ਇਹ ਅੱਤਵਾਦੀ ਬਣਾ ਦਿੰਦੇ ਆ। ਇਹੀ ਕੰਮ ਕਰਦੇ ਆ। ਜਦੋਂ ਸਾਹਿਬ ਹੁਣ ਲੋਕ ਇੱਕ ਮਿੰਟ ਪਾਈ ਦਾ ਜਵਾਬ ਦੇ ਦਈਏ। ਗੱਲ ਇਹ ਆ, ਸਰਕਾਰ ਜਦੋਂ ਜੈਨੂਇਨਲੀ ਇਹ ਸੋਚੂਗੀ ਵੀ ਹਾਂ ਲੋਕਾਂ ਨੂੰ ਉਹਨਾਂ ਦੇ ਮਸਲਿਆਂ ਦਾ ਹੱਲ ਦਈਏ, ਹੱਲ ਉਦਾਂ ਹੀ ਨਿਕਲਣਾ। ਅਦਰਵਾਈਜ਼ ਜੋ ਲੋਕਾਂ ਦਾ ਰੋਸ ਆ ਉਹਨੂੰ ਬਦਨਾਮ ਕਰਦੇ ਰਹਿਣਗੇ। ਇਹ ਝੂਠ ਵਾਲੀ ਦੇਰ ਟਿਕਦੇ ਨਹੀਂ ਹੁੰਦੇ। ਕਿਉਂ ਦੇਣੇ ਹੁੰਦੇ ਆ? ਲੀਡਰਸ਼ਿਪ ਦੇ ਪ੍ਰੋਗਰਾਮ ਨੇ ਹੀ ਸਾਡੇ ਲੜਾਈ ਦੇ ਪੈਂਤੜੇ ਤੈਅ ਕਰਨੇ ਹੁੰਦੇ ਆ, ਹਨਾ। ਲੋਕਾਂ 'ਚ ਐਡੀ ਕੁ ਜਾਗਰੂਕਤਾ ਹੈਗੀ ਆ। ਮੈਂ ਤਾਂ ਕੋਈ ਲੀਡਰ ਨਹੀਂ ਆ, ਮੈਂ ਤਾਂ ਉਹਨਾਂ ਦਾ ਇੱਕ ਸੋਲਜਰ ਹਾਂ ਜਿਹਨੂੰ ਅੱਜ ਤੱਕ ਉਹ ਕਰੀ ਗਏ ਵੀ ਇਹ ਤਾਂ ਸਾਡਾ ਬੰਦਾ ਹੀ ਨਹੀਂ ਆ। ਪਰ ਇਹ ਗੱਲ ਉਹਨਾਂ ਨੂੰ ਮੰਨਣੀ ਪਊਗੀ। ਇਹ ਵੀ ਮੈਂ ਤੁਹਾਨੂੰ ਗੱਲ ਦੱਸਦੀ, ਕਿਉਂਕਿ ਝੂਠ ਵਾਲੀ ਦੇਰ ਟਿਕਦੇ ਨਹੀਂ ਹੁੰਦੇ। ਆ ਵੇਖ ਲਓ ਖੜੇ ਆ ਸਾਰੇ, ਬਹੁਤ ਲੋਕ ਇਹੋ ਜਿਹੇ ਸੀਗੇ ਜਿਹੜੇ ਕਿ ਤੁਹਾਡੇ ਉਲਟ ਬੋਲਦੇ ਰਹੇ, ਹੁਣ ਤੁਹਾਡੇ ਹੱਕ 'ਚ ਖੜੇ ਨੇ। ਬਾਈ ਜੀ, ਉਹ ਫਿਰ ਮੈਂ ਤਾਂ ਹੀ ਕਹਿੰਦਾ ਨਾ, ਇੱਕ ਦਿਨ ਤਾਂ ਨਤਾਰਾ ਹੋ ਜਾਂਦਾ, ਪਾਣੀ ਨਿੱਤਰ ਜਾਂਦਾ, ਨਿੱਤਰ ਕੇ ਮੁੜ ਕੇ ਸਾਨੂੰ ਸਭ ਕੁਝ ਦੇਖਣ ਲੱਗ ਜਾਂਦਾ ਵੀ ਉਹਦੇ 'ਚ ਥੱਲੇ ਪਿਆ ਕੀ ਆ। ਹੁਣ ਇਹੀ ਹੋਇਆ, ਬਹੁਤ ਨਹੀਂ, ਖਲਕਤ ਹੀ ਉਲਟ ਸੀ 26 ਨੂੰ, ਹਨਾ। ਪਰ ਫਿਰ ਮਾਹੌਲ ਬਦਲ ਗਿਆ। ਕਿਉਂ? ਸੱਚ ਨੇ ਤਾਂ ਬਾਹਰ ਆਉਣਾ ਹੀ ਆਉਣਾ, ਸੱਚ ਨੇ ਤਾਂ ਫਿਰ ਸਿਰ ਚੜ੍ਹ ਕੇ ਬੋਲਣਾ। ਇਸੇ ਕਰਕੇ ਸਾਡੀ ਲੀਡਰਸ਼ਿਪ ਨੂੰ ਮੈਂ ਵਾਰ-ਵਾਰ ਅਪੀਲ ਕਰਦਾ, ਅਸੀਂ ਇਕੱਠੇ ਹੋ ਕੇ ਸਾਂਝੇ ਰਲ ਮਿਲ ਕੇ ਚੱਲੀਏ। ਚਾਹੇ ਲੱਖਾ ਹੋਵੇ, ਚਾਹੇ ਸਾਡੀ ਲੀਡਰਸ਼ਿਪ ਹੋਵੇ, ਚਾਹੇ ਸਾਡੇ ਸਿੱਖ ਵਿਦਵਾਨ ਹੋਣ।